Good morning, dear students. Today we discuss our next exercise. ठीक है जी 1.1 और 1.2 ਆਪਾਂ ਕਰ ਲਈ ਸੀ। ਠੀਕ ਹੈ ਜੀ ਹੁਣ ਨੈਕਸਟ ਆਉਂਦੀ ਪਈ ਆ 1.3 ਦੈਨ ਉਹਦੇ ਵਿੱਚ ਥਿਊਰਮ ਅਪਲਾਈ ਹੋਏਗੀ। ਲੈਟ p be a prime number if p divides a square then p divides a where a is a positive integer। देखो ਹੁਣ कहना ਕੀ ਚਾਹਿਆ उसने बोलिया p is ਪ੍ਰਾਈਮ ਨੰਬਰ। ਠੀਕ ਹੈ ਜੀ ਹੁਣ ਪ੍ਰਾਈਮ ਨੰਬਰਸ ਕਿਹੜੇ ਹੁੰਦੇ ਆ 2 5 3 7 11 13 ਅਪ ਟੂ ਸੋ ਔਨ। ਠੀਕ ਹੈ ਜੀ ਇਹ ਹੋ ਗਿਆ 2 3 5 7 11 13 ਅਪ ਟੂ ਸੋ ਔਨ। ਇਹ ਹੁੰਦੇ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਕਿਹੜੇ ਹੁੰਦੇ ਆ ਜਿਹੜੇ ਖੁਦ ਦੇ ਨਾਲ ਹੀ ਡਿਵਾਈਡ ਹੁੰਦੇ ਹੋਣ ਜਾਂ ਫਿਰ 1 ਦੇ ਨਾਲ, ਮਤਲਬ ਜਿਸ ਵਿੱਚ 2 ਫੈਕਟਰਸ ਹੀ ਬਣਦੇ ਹੋ। ਹੁਣ ਦੇਖੋ 2 ਦੇ ਕਿਹੜੇ ਬਣ ਸਕਦੇ ਇੱਕ 2 ਨਾਲ ਡਿਵਾਈਡ ਹੋ ਸਕਦਾ ਔਰ 2 1 ਨਾਲ ਡਿਵਾਈਡ ਹੋ ਸਕਦਾ। ਠੀਕ ਹੈ ਜੀ ਦੇਖ ਦੋ ਕਰਕੇ ਆ ਦੇਖੋ 2 ਨੂੰ 2 'ਤੇ ਗਿਆ। ਠੀਕ ਹੈ ਜੀ ਔਰ 2 ਨੂੰ 1 'ਤੇ ਕਰੋ। ਹੋਰ ਕਿਸੇ ਟਰਮ ਨਾਲ ਡਿਵਾਈਡ ਹੋ ਸਕਦਾ ਨੋ, ਮਤਲਬ 2 ਜਿਹੜਾ ਆ ਉਹ ਕਿਹਦੇ ਨਾਲ ਕੱਟ ਹੋ ਸਕਦਾ ਜਾਂ ਤਾਂ ਖੁਦ ਦੇ ਨਾਲ ਜਾਂ ਫਿਰ 1 ਦੇ ਨਾਲ। ਸੇਮ ਐਜ਼ ਦੈਟ 5 ਕਿਹਦੇ ਨਾਲ ਕੱਟ ਹੋ ਸਕਦਾ ਜਾਂ ਤਾਂ ਖੁਦ ਦੇ ਨਾਲ ਜਾਂ ਫਿਰ 1 ਦੇ ਨਾਲ ਅਪ ਟੂ ਦਿਸ ਟਾਈਮ। ਠੀਕ ਹੈ ਜੀ ਇਹਨਾਂ ਨੂੰ ਬੋਲਦੇ ਆ ਪ੍ਰਾਈਮ ਨੰਬਰਸ। ਹੁਣ ਦੇਖੋ ਥਿਊਰਮ ਨੇ ਕੀ ਬੋਲਿਆ। ਥਿਊਰਮ ਕਹਿੰਦੀ ਆ ਏ ਸਕੁਏਅਰ ਜਿਹੜਾ ਡਿਵਾਈਡ ਕਰਦਾ ਹੈ ਪੀ ਨੂੰ ਦੈਨ ਏ ਕਿਹਨੂੰ ਡਿਵਾਈਡ ਕਰਦਾ ਹੈ ਪੀ ਨੂੰ, ਮਤਲਬ ਏ ਸਕੁਏਅਰ ਡਿਵਾਈਡ ਕਰਦਾ ਪੀ ਨੂੰ ਦੈਨ ਏ ਡਿਵਾਈਡ ਕਰਦਾ ਪੀ ਨੂੰ। ਪੀ ਕੀ ਆ ਜੀ ਪ੍ਰਾਈਮ ਨੰਬਰ। ਪ੍ਰਾਈਮ ਨੰਬਰ ਕਿਹੜੇ ਹੁੰਦੇ ਅਸੀਂ 2 3 5 7 11 13 ਅਪ ਟੂ ਸੋ ਔਨ। ਠੀਕ ਹੈ ਜੀ ਹੁਣ ਆਪਾਂ ਐਗਜ਼ਾਮਪਲ ਲੈਂਦੇ ਹਾਂ ਔਰ ਦੇਖਦੇ ਹਾਂ ਕਿ ਜਿਹੜੀ ਥਿਊਰਮ ਉਹਨੇ ਬੋਲੀ ਆ ਉਹ ਟਰੂ ਹੈ ਜਾਂ ਨਹੀਂ ਹੈ। ਕੋਈ ਵੀ ਐਗਜ਼ਾਮਪਲ ਲੈ ਲਈ ਆਪਾਂ। ਪ੍ਰਾਈਮ ਨੰਬਰ ਲੈ ਲਿਆ ਮੈਂ ਇਹਦੇ ਵਿੱਚ ਕੋਈ ਵੀ ਆਪਾਂ 2 ਲੈ ਲਿਆ ਪ੍ਰਾਈਮ ਨੰਬਰ। ਠੀਕ ਹੈ ਜੀ ਦੈਨ ਆਪਾਂ ਪ੍ਰਾਈਮ ਨੰਬਰ 2 ਲੈ ਲਿਆ ਆ ਔਰ ਏ ਦੀ ਵੈਲਿਊ ਆਪਾਂ ਲੈ ਲਈ ਆ 4। ਠੀਕ ਆ ਹੁਣ ਪੁੱਟ ਕਰਦੇ ਹਾਂ ਇਹਦੇ ਵਿੱਚ। ਫਸਟ ਕੀ ਆ 4 ਦਾ ਸਕੁਏਅਰ ਅਪੋਨ 2 ਤਾਂ ਕਿੰਨਾ ਬਣ ਗਿਆ 16 ਅਪੋਨ 2 ਡਿਵਾਈਡ ਕਰਦਾ ਆ 16 ਅਪੋਨ 2 ਡਿਵਾਈਡ ਕਰਦਾ ਆ ਜੀ ਕਰਦਾ ਆ। ਠੀਕ ਆ ਨੈਕਸਟ ਕੀ ਹੋ ਗਿਆ ਉਹਨੇ ਕੀ ਬੋਲਿਆ ਸੀ ਏ ਦੀ ਸਕੁਏਅਰ ਅਪੋਨ 2 ਮਤਲਬ ਏ ਦੀ ਸਕੁਏਅਰ ਅਪੋਨ ਪੀ ਡਿਵਾਈਡ ਕਰਦੇ ਆ। ਠੀਕ ਆ ਜੀ ਦੈਨ ਫਿਰ ਏ ਬੀ ਸਿੰਪਲ ਕੀ ਹੋ ਜੂਗਾ ਸਿੰਪਲ 4 ਡਿਵਾਈਡ ਬਾਈ 2 ਤਾਂ ਇਹ ਵੀ ਆਪਣੇ ਕੋਲ ਕੀ ਕਰਦਾ ਡਿਵਾਈਡ ਕਰਦਾ। ਉਹਨੇ ਇਹੀ ਚੀਜ਼ ਬੋਲੀ ਆ ਤੁਹਾਡਾ ਏ ਸਕੁਏਅਰ ਡਿਵਾਈਡ ਕਰੂਗਾ ਪ੍ਰਾਈਮ ਨੰਬਰ ਨੂੰ। ਠੀਕ ਹੈ ਜੀ ਦੈਨ ਫਿਰ ਤੁਹਾਡਾ ਏ ਵੀ ਡਿਵਾਈਡ ਕਰੂਗਾ ਪ੍ਰਾਈਮ ਨੰਬਰ ਨੂੰ। ਠੀਕ ਆ ਹੁਣ ਮੈਂ ਉੱਥੇ ਕੀ ਬੋਲਦਾ ਆ ਏ ਦੀ ਜਗ੍ਹਾ 'ਤੇ ਮੈਂ ਕੋਈ ਵੀ 4 ਲੈ ਲਿਆ ਦੈਨ 4 ਦਾ ਸਕੁਏਅਰ ਆਂਸਰ ਇਜ਼ 16 ਡਿਵਾਈਡਡ ਬਾਈ 2 ਕਰ ਗਿਆ ਡਿਵਾਈਡ ਟਰੂ। ਦੈਨ ਉਹਨੇ ਕੀ ਬੋਲਿਆ ਏ ਸਕੁਏਅਰ ਡਿਵਾਈਡ ਕਰਦਾ ਪਿਆ 2 ਨੂੰ ਦੈਨ ਫਿਰ ਏ ਕਿੰਨੀ ਹੈ 4 ਵੀ ਡਿਵਾਈਡ ਕਰ ਗਿਆ 2 ਨੂੰ ਜੀ ਟਰੂ। ਦਿਸ ਇਜ਼ ਕਾਲਡ ਪ੍ਰਾਈਮ ਨੰਬਰ। ਦੈਨ ਜੋ ਉਹਨੇ ਆ ਥਿਊਰਮ ਬੋਲੀ ਆ ਇਹ ਟਰੂ ਆ ਹੋ ਗਈ ਨਾ ਪ੍ਰੂਫ ਟਰੂ ਹੋ ਗਈ ਆ। ਇਹ ਤਾਂ ਤੁਸੀਂ ਇੱਕ ਹੋਰ ਐਗਜ਼ਾਮਪਲ ਲੈ ਕੇ ਦੇਖ ਲਓ। ਪ੍ਰਾਈਮ ਨੰਬਰ ਕੋਈ ਵੀ ਚੂਜ਼ ਕਰ ਲਓ। ਠੀਕ ਹੈ ਜੀ ਆਪਾਂ ਪ੍ਰਾਈਮ ਨੰਬਰ ਹੁਣ ਲੈ ਲੈਂਦੇ ਹਾਂ 3 P3 ਲੈ ਲਈ ਦੈਨ ਫਿਰ ਕੀ ਹੋ ਗਿਆ 36 ਅਪੋਨ 3 36 ਕਿਹਦਾ ਹੁੰਦਾ ਸਕੁਏਅਰਿੰਗ 6 ਦਾ ਸਕੁਏਅਰ ਅਪੋਨ 3 ਡਿਵਾਈਡ ਕਰ ਸਕਦਾ ਆ ਯੈਸ ਟਰੂ। ਦੈਨ ਅਗਰ ਕੀ ਆ ਏ ਦਾ ਸਕੁਏਅਰ ਡਿਵਾਈਡ ਕਰ ਸਕਦਾ ਹੈ ਦੈਨ ਫਿਰ ਏ ਵੀ ਡਿਵਾਈਡ ਕਰ ਸਕਦਾ 3 ਨੂੰ ਯੈਸ ਟਰੂ। ਇਟ ਮੀਨਸ ਜੋ ਆਪਾਂ ਨੂੰ ਉਹਨੇ ਥਿਊਰਮ ਦਿੱਤੀ ਆ ਉਹ ਟਰੂ ਹੋਏਗੀ। ਠੀਕ ਹੈ ਜੀ ਹੁਣ ਇਹਨੂੰ ਆਪਾਂ ਅਪਲਾਈ ਕਰਕੇ ਦੇਖਦੇ ਹਾਂ ਜੋ ਆਪਾਂ ਨੂੰ ਐਕਸਰਸਾਈਜ਼ ਦੇ ਵਿੱਚ ਸਮ ਦਿੱਤੇ ਹੋਏ ਆ। ਹਾਂਜੀ ਥਿਊਰਮ ਦੇਖੋ ਕੀ ਬੋਲਦੀ ਆ ਇਫ ਏ ਸਕੁਏਅਰ ਇਜ਼ ਡਿਵਿਜ਼ੀਬਲ ਬਾਈ ਪੀ ਦੈਨ ਏ ਇਜ਼ ਆਲਸੋ ਡਿਵਿਜ਼ੀਬਲ ਬਾਈ ਪੀ ਵੇਅਰ ਪੀ ਇਜ਼ ਐਨੀ ਪ੍ਰਾਈਮ ਨੰਬਰ। ਤਾਂ ਕੀ ਬਣ ਜਾਏਗਾ ਕਹਿਣਾ ਕੀ ਚਾਹਿਆ ਏ ਸਕੁਏਅਰ ਡਿਵਾਈਡਡ ਬਾਈ ਪੀ ਦੈਨ ਏ ਡਿਵਾਈਡਡ ਬਾਈ ਪੀ। ਠੀਕ ਹੈ ਜੀ ਹੁਣ ਆਪਾਂ ਇਸ ਥਿਊਰਮ ਨੂੰ ਅਪਲਾਈ ਕਰਨਾ ਆਪਣੀ 1.3 ਐਕਸਰਸਾਈਜ਼ ਦੇ ਵਿੱਚ। ਉਹਨਾਂ ਨੇ ਸਮਸ ਦਿੱਤੇ ਆ ਪ੍ਰੂਵ ਦੈਟ ਰੂਟ 5 ਇਜ਼ ਇਰੈਸ਼ਨਲ ਪ੍ਰੂਵ ਦੈਟ 3 + 2 into root 5 is irrational prove that the following are irrationals। ਮਤਲਬ ਜੋ ਵੀ ਆਪਾਂ ਨੂੰ ਟਰਮਸ ਦਿੱਤੀਆਂ ਸਾਰੀਆਂ ਉਹਨਾਂ ਨੇ ਕੀ ਬੋਲਿਆ ਕਿ ਪ੍ਰੂਵ ਕਰੋ ਕਿ ਇਰੈਸ਼ਨਲਸ ਆ। ਠੀਕ ਹੈ ਜੀ ਹੁਣ ਦੇਖੋ ਉਹਨਾਂ ਨੇ ਕੀ ਬੋਲਿਆ ਕੁਐਸਚਨ 1 ਪ੍ਰੂਵ ਦੈਟ ਰੂਟ 5 ਇਜ਼ ਇਰੈਸ਼ਨਲ। ਇਰੈਸ਼ਨਲ ਕਿਹੜੀਆਂ ਟਰਮਸ ਹੁੰਦੀਆਂ ਸੀ ਜਿਹੜੀਆਂ ਪੀ ਅਪੋਨ ਕਿਊ ਦੀ ਫਾਰਮ ਵਿੱਚ ਨਹੀਂ ਹੁੰਦੀਆਂ। ਠੀਕ ਹੈ ਜੀ ਪੀ ਅਪੋਨ ਕਿਊ ਦੀ ਫਾਰਮ 'ਚ ਕਿਹੜੀਆਂ ਹੁੰਦੀਆਂ ਸੀ ਰੈਸ਼ਨਲ ਟਰਮਸ। ਜਿਹੜੀਆਂ ਪੀ ਅਪੋਨ ਕਿਊ ਦੀ ਫਾਰਮ 'ਚ ਨਹੀਂ ਹੁੰਦੀਆਂ ਉਹ ਕੀ ਹੁੰਦੀਆਂ ਇਰੈਸ਼ਨਲ ਫਾਰਮਸ। ਠੀਕ ਹੈ ਜੀ ਹੁਣ ਦੇਖੋ ਇੱਥੇ ਆਪਾਂ ਨੂੰ ਪੁੱਛਿਆ ਗਿਆ ਹੈ ਕਿ ਪ੍ਰੂਵ ਦੈਟ ਉਹਨਾਂ ਨੇ ਬੋਲਿਆ ਕਿ ਪ੍ਰੂਵ ਕਰੋ ਕਿ ਰੂਟ 5 ਇਜ਼ ਇਰੈਸ਼ਨਲ। ਜਦੋਂ ਵੀ ਉਹਨਾਂ ਨੇ ਕੋਈ ਚੀਜ਼ ਬੋਲਣੀ ਹੈ ਨਾ ਕਿ ਪ੍ਰੂਵ ਕਰੋ ਜਾਂ ਸ਼ੋ ਕਰੋ
ਇਰੈਸ਼ਨਲ ਜੋ ਚੀਜ਼ ਪੁੱਛੀ ਆ ਆਪਾਂ ਹਮੇਸ਼ਾ ਉਹਦੇ ਉਲਟ ਹੀ ਚੀਜ਼ ਲੈ ਕੇ ਜਾਣੀ ਆ। ਠੀਕ ਆ ਜੀ, ਆਪਾਂ ਆਲਵੇਜ਼ ਉਹਦੇ ਉਲਟ ਚੀਜ਼ ਨੂੰ ਮੰਨ ਕੇ ਉਸ ਸਮ ਨੂੰ ਪ੍ਰੂਵ ਕਰਨਾ ਆ। ਜਦੋਂ ਆਪਾਂ ਉਹਨੂੰ ਪ੍ਰੂਵ ਕਰੀ ਜਾਣਾ ਆ, ਠੀਕ ਆ ਜੀ, ਲਾਸਟ 'ਚ ਜਾ ਕੇ ਆਪਣੀ ਕੰਟਰਾਡਿਕਸ਼ਨ ਆ ਜਾਣੀ ਆ। ਠੀਕ ਆ ਜੀ, ਕੰਟਰਾਡਿਕਸ਼ਨ ਦਾ ਮਤਲਬ ਕੀ ਆ ਕਿ ਤੁਹਾਡਾ ਉਲਟ। ਠੀਕ ਆ ਜੀ, ਕੰਟਰਾਡਿਕਸ਼ਨ ਦਾ ਮਤਲਬ ਹੁੰਦਾ ਉਲਟ। ਠੀਕ ਆ, ਦੇਖੋ ਹੁਣ ਉਹਨਾਂ ਨੇ ਕੀ ਕਿਹਾ ਹੈ ਕਿ ਇਰੈਸ਼ਨਲ ਆ। ਠੀਕ ਆ, ਸ਼ੋਅ ਕਰਨਾ ਤੁਸੀਂ ਇਰੈਸ਼ਨਲ। ਮੈਂ ਕੀ ਬੋਲ ਕੇ ਹਟੀ ਹਾਂ ਕਿ ਆਪਾਂ ਫਸਟਲੀ ਪਹਿਲਾਂ ਉਲਟ ਲੈ ਕੇ ਜਾਣਾ ਆ, ਮਤਲਬ ਉਹਦੇ ਓਪੋਜੀਸ਼ਨ 'ਚ ਲੈ ਕੇ ਜਾਣਾ ਆ, ਉਹਨੂੰ ਓਪੋਜੀਸ਼ਨ 'ਚ ਮੰਨ ਕੇ ਮੈਂ ਉਸ ਸਮ ਨੂੰ ਸੋਲਵ ਆਊਟ ਕਰਨਾ। ਲਾਸਟ 'ਚ ਜਾ ਕੇ ਕੀ ਆ ਜਾਣਾ, ਕੰਟਰਾਡਿਕਸ਼ਨ। ਇਟ ਮੀਨਸ ਦੇਖੋ ਹੁਣ ਮੈਂ ਲੈ ਕੇ ਚੱਲੂੰਗੀ √5 ਇਜ਼ ਰੈਸ਼ਨਲ, ਐਜ਼ਿਊਮ ਕਰ ਲੈਣਾ। ਉਹਨਾਂ ਨੇ ਬੋਲਿਆ ਰੈਸ਼ਨਲ ਨਾ ਪ੍ਰੂਵ ਕਰੋ, ਤਾਂ ਮੈਂ ਅਜ਼ੰਪਸ਼ਨ 'ਚ ਕੀ ਲੈ ਲੈਣਾ, √5 ਇਜ਼ ਰੈਸ਼ਨਲ ਨੰਬਰ। ਉਹਨੂੰ ਰੈਸ਼ਨਲ ਦੇ ਮੈਥਡ ਨਾਲ ਪ੍ਰੋਪਰਲੀ ਸੋਲਵ ਕਰਨਾ। ਲਾਸਟ ਜਾ ਕੇ ਕੀ ਆ ਗਿਆ, ਕੰਟਰਾਡਿਕਟ। ਕੰਟਰਾਡਿਕਟ ਮਤਲਬ ਉਲਟ। ਇਹਦਾ ਮਤਲਬ ਅਗਰ ਮੇਰਾ ਸਮ √5 ਰੈਸ਼ਨਲ ਨਹੀਂ ਆ ਤਾਂ ਕੀ ਹੋ ਜਾਏਗਾ, ਇਰਰੈਸ਼ਨਲ। ਠੀਕ ਹੈ ਜੀ, ਲੱਗੀ ਸਮਝ। ਔਰ ਇਰਰੈਸ਼ਨਲ ਹੁੰਦਾ ਕੀ ਸੀ, ਇਰਰੈਸ਼ਨਲ ਨੰਬਰਸ ਕੀ ਹੁੰਦੇ ਸੀ ਆਪਾਂ ਪੜ੍ਹ ਚੁੱਕੇ ਹਾਂ ਨਾ ਪਾਰਟ 1 ਦੇ ਵਿੱਚ, ਬਟ ਫਿਰ ਵੀ ਆਪਾਂ ਇੱਕ ਵਾਰੀ ਫਿਰ ਦੇਖ ਲੈਂਦੇ ਹਾਂ ਇਰਰੈਸ਼ਨਲ ਕੀ ਹੁੰਦਾ ਆ। ਇਰਰੈਸ਼ਨਲ ਨੰਬਰ ਕੀ ਬੋਲਦਾ ਆ ਕਿ ਇਹਦੇ ਵਿੱਚ ਕੀ ਆ ਕਿ ਟਰਮੀਨੇਟ ਨੰਬਰ ਕਦੇ ਨਹੀਂ ਹੁੰਦਾ। ਠੀਕ ਆ ਜੀ, ਔਰ ਇਹਦੇ ਵਿੱਚ ਰਿਪੀਟਿੰਗ ਨੰਬਰਸ ਕਦੇ ਨਹੀਂ ਹੁੰਦੇ। ਮਤਲਬ ਹੁਣ ਮੈਂ ਬੋਲਿਆ ਦੇਖੋ ਇਹਦੇ ਵਿੱਚ ਕਿਹੜੇ ਹੁੰਦੇ ਆ, ਫਸਟ ਆਫ ਆਲ ਨੋਨ ਟਰਮੀਨੇਟਿੰਗ। ਠੀਕ ਆ ਜੀ, ਔਰ ਟਰਮੀਨੇਟ ਦਾ ਮਤਲਬ ਕੀ ਹੁੰਦਾ ਆ, ख़त्म ਹੋਣਾ। ਤਾਂ ਨੋਨ ਟਰਮੀਨੇਟਿੰਗ ਮਤਲਬ ਕੀ ਹੋਇਆ, ਕਦੀ ख़त्म ਨਹੀਂ ਹੁੰਦੇ। ਸੈਕਿੰਡ ਉਹਨੇ ਕੀ ਬੋਲਿਆ, ਨੋਨ ਰਿਪੀਟਿੰਗ, ਮਤਲਬ ਕਿ ਰਿਪੀਟ ਵੀ ਨਹੀਂ ਹੋਣਗੇ ਨੰਬਰ ਇਹਦੇ ਵਿੱਚ। ਠੀਕ ਹੈ ਜੀ, ਇੱਕ ਇਹ ख़त्म ਨਹੀਂ ਹੋਊਗਾ। ਸੈਕਿੰਡਲੀ ਇਹਦੇ ਵਿੱਚ ਨੰਬਰ ਰਿਪੀਟਸ ਵੀ ਨਹੀਂ ਹੋਣਗੇ। ਦੈਨ ਉਹਨੂੰ ਕੀ ਬੋਲਦੇ ਆ, ਇਰਰੈਸ਼ਨਲ ਨੰਬਰ। ਔਰ ਉਹ ਕਿਹੜੇ ਹੁੰਦੇ ਆ, √2, √3, √5, √7 ਅਪ ਟੂ ਸੋ ਔਨ, ਜੋ ਟਰਮਸ ਰੂਟ 'ਚ ਆਉਂਦੀਆਂ ਆ। ਠੀਕ ਹੈ ਜੀ, ਦੈਨ ਉਹਨਾਂ ਨੂੰ ਕੀ ਬੋਲਦੇ ਆ ਆਪਾਂ, ਇਰਰੈਸ਼ਨਲ ਨੰਬਰ। ਹੁਣ ਦੇਖੋ √2 ਦੀ ਵੈਲਿਊ ਕਿੰਨੀ ਹੁੰਦੀ ਆ, √2 ਦੀ ਵੈਲਿਊ ਕਿੰਨੀ ਹੁੰਦੀ ਆ, 1.4142135624, ਮਤਲਬ ਅਪ ਟੂ ਸੋ ਔਨ। ਇਹਦਾ ਮਤਲਬ ਕਿ ਫਸਟ ਆਫ ਆਲ ਦੇਖੋ ਇਹਦੇ ਵਿੱਚ ਨੋਨ ਰਿਪੀਟਿੰਗ ਟਰਮਸ ਆ, ਉਹੀ ਜਿੱਦਾਂ ਇੱਦਾਂ ਨਹੀਂ ਆ ਰਿਹਾ 1 1 1 1 4 4 4 4 3 3 3 ਇਕੁਅਲ ਦੀ ਐਨ ਰਿਪੀਟ ਅਰੇਂਜਿੰਗ ਆਰਡਰ 'ਚ ਇੱਦਾਂ ਨਹੀਂ ਨਾ ਆ ਰਿਹਾ ਕਿ ਆ ਰਿਹਾ 1.4142135624, ਡਿਫਰੈਂਟ ਨੰਬਰਸ ਆ ਰਿਹਾ। ਠੀਕ ਹੈ ਜੀ, ਇਹ ਵਾਲੀ ਚੀਜ਼ ਤੋਂ ਪ੍ਰੂਵ ਹੋ ਗਈ ਕਿ ਨੰਬਰ ਡਿਫਰੈਂਟ ਆ ਰਿਹਾ, ਰਿਪੀਟ ਨਹੀਂ ਹੋ ਰਿਹਾ, ਟਰੂ। ਦੂਸਰਾ ਉਹਨੇ ਬੋਲਿਆ ਨੋਨ ਟਰਮੀਨੇਟਿੰਗ। ਮੈਂ ਟਰਮੀਨੇਟ ਦਾ ਮਤਲਬ ਕੀ ਦੱਸਿਆ ਸੀ ਕਿ ਖ਼ਤਮ ਹੋ ਜਾਂਦੇ ਆ। ਠੀਕ ਹੈ ਜੀ, ਨੋਨ ਟਰਮੀਨੇਟਿੰਗ ਦਾ ਨਹੀਂ ਖ਼ਤਮ ਹੁੰਦੇ, ਇਹ ਅਪ ਟੂ ਸੋ ਔਨ ਜਾਣ ਲੱਗ ਗਿਆ। ਇਹਦਾ ਮਤਲਬ ਕੀ ਹੋ ਗਿਆ ਕਿ ਖ਼ਤਮ ਨਹੀਂ ਹੁੰਦਾ। √2 ਦੀ ਵੈਲਿਊ ਜੇ ਤੁਸੀਂ ਸ਼ੁਰੂ ਕਰੋਗੇ ਨਾ ਲਿਖਣੀ ਔਰ ਕੈਲਕੂਲੇਟ ਕਰੋਗੇ, ਉਹ ਕਦੀ ਖ਼ਤਮ ਨਹੀਂ ਹੁੰਦੀ, ਅਪ ਟੂ ਸੋ ਔਨ ਜਾਂਦੀ ਰਹਿੰਦੀ ਆ। ਸੇਮ ਐਜ਼ ਦੈਟ √3, √5 ਔਰ √7। ਠੀਕ ਹੈ ਜੀ, ਇਹਨਾਂ ਦੀਆਂ ਵੀ ਜਿਹੜੀਆਂ ਵੈਲਿਊਜ਼ ਹੁੰਦੀਆਂ ਆ ਉਹ ਇੱਕ ਤੋਂ ਕੀ ਹੁੰਦੀਆਂ, ਨੋਨ ਰਿਪੀਟਿੰਗ ਹੁੰਦੀਆਂ, ਦੂਸਰਾ ਉਹ ਨੋਨ ਟਰਮੀਨੇਟਿੰਗ ਹੁੰਦੀਆਂ ਆ। ਠੀਕ ਹੈ ਜੀ, ਉਹਨਾਂ ਨੂੰ ਬੋਲਦੇ ਆ ਆਪਾਂ ਰੈਸ਼ਨਲ ਨੰਬਰ। ਹੁਣ ਦੇਖੋ ਉਹਨਾਂ ਨੇ ਕੀ ਬੋਲਿਆ, 5 ਇਜ਼ ਇਰਰੈਸ਼ਨਲ ਪ੍ਰੂਵ ਕਰਨਾ ਆ। ਔਰ ਮੈਂ ਕੀ ਬੋਲਿਆ ਕਿ ਆਪਾਂ ਉਲਟ ਚੀਜ਼ ਲੈ ਕੇ ਜਾਣੀ ਹੈ ਇਹਦੀ ਆਪੋਜ਼ਿਟ 'ਚ। ਤਾਂ ਕੀ ਹੋ ਜਾਊਗਾ, ਮੈਂ ਐਜ਼ਿਊਮ ਕੀ ਕਰ ਲੂੰਗੀ, ਇਰਰੈਸ਼ਨਲ ਤੋਂ ਰੈਸ਼ਨਲ। ਤਾਂ ਕੀ ਹੋ ਜਾਊਗਾ, ਦੇਖੋ ਐਜ਼ਿਊਮ ਦੈਟ। ਠੀਕ ਹੈ ਜੀ, ਆਪਾਂ ਐਜ਼ਿਊਮ ਕਰਦੇ ਹਾਂ, ਲੈਟ ਅਸ ਐਜ਼ਿਊਮ। ਪੰਜਾਬੀ ਵਾਲਿਆਂ ਨੇ ਕੀ ਲਿਖਣਾ ਆ ਕਿ ਮੰਨ ਕੇ ਚੱਲੋ। ਠੀਕ ਹੈ ਜੀ, ਜਾਂ ਫਿਰ ਮੰਨੋ, ਟੂ ਦ contrary that √5 is rational, √5 is rational। ਉਹਨਾਂ ਨੇ ਕੀ ਬੋਲਿਆ ਕਿ ਆਪਾਂ ਮੰਨ ਕੇ ਚੱਲੇ ਹਾਂ ਉਲਟ ਕਿ √5 ਕੀ ਆ, ਰੈਸ਼ਨਲ ਆ। ਔਰ ਰੈਸ਼ਨਲ ਨੰਬਰਸ ਕਿਹੜੇ ਹੁੰਦੇ ਸੀ, ਉਹ ਕੀ ਬੋਲਦੇ ਆ, ਰੈਸ਼ਨਲ ਨੰਬਰ ਕੀ ਬੋਲਦੇ ਸੀ, ਉਹ P/Q ਦੀ ਫਾਰਮ 'ਚ ਹੁੰਦੇ ਆ, ਜਿੱਥੇ Q ਨਾਟ ਇਕੁਅਲ ਟੂ 0 ਹੁੰਦੀਆਂ। ਠੀਕ ਆ ਜੀ, ਡਿਨੋਮੀਨੇਟਰ ਨਾਟ ਇਕੁਅਲ ਟੂ 0 ਹੁੰਦਾ ਆ। ਕਿਉਂ, ਦੇਖੋ ਬਿਕੋਜ਼ ਅਗਰ ਆਪਾਂ ਇਕੁਅਲ ਟੂ 0 ਕਰਤਾ ਅਨਡਿਫਾਈਨਡ ਹੋ ਜਾਂਦੀ ਹੈ ਨਾ ਉਹ ਚੀਜ਼। ਤਾਂ ਇਹ ਕੀ ਹੋ ਗਿਆ ਆਪਣਾ ਰੈਸ਼ਨਲ, ਜਿਹੜਾ P/Q ਦੀ ਫਾਰਮ ਦੇ ਵਿੱਚ ਹੁੰਦਾ ਹੈ। ਠੀਕ ਹੈ ਜੀ, ਔਰ PQ ਕੋਈ ਵੀ ਇੰਟੀਜਰਸ ਹੁੰਦੇ ਆ। ਹੁਣ ਅਗਰ ਮੈਂ ਇੱਥੇ ਮੰਨ ਲਿਆ ਕਿ ਰੈਸ਼ਨਲ ਆ, ਮੈਂ ਇਹਨੂੰ √5 ਨੂੰ ਹੁਣ ਰੈਸ਼ਨਲ ਮੰਨ ਕੇ ਚੱਲੀ ਹਾਂ, ਇਟ ਮੀਨਸ ਮੈਂ P/Q ਦੀ ਫਾਰਮ ਦੇ ਵਿੱਚ ਇਹਨੂੰ ਸੋਲਵ ਆਊਟ ਕਰਨਾ ਸ਼ੁਰੂ ਕਰੂੰਗੀ। ਠੀਕ ਹੈ ਜੀ, ਹੁਣ ਦੇਖੋ ਰੈਸ਼ਨਲ ਮੇਰਾ ਕੀ ਬੋਲਦਾ ਸੀਗਾ, P/Q ਦੀ ਫਾਰਮ। ਠੀਕ ਹੈ ਜੀ, ਹੁਣ ਮੈਂ ਇੱਥੇ P ਦੀ ਜਗ੍ਹਾ 'ਤੇ A ਲੈ ਲੂੰਗੀ ਔਰ Q ਦੀ ਜਗ੍ਹਾ 'ਤੇ B ਲੈ ਲੂੰਗੀ, ਮਤਲਬ ਕੋਈ ਵੀ ਦੋ ਇੰਟੀਜਰਸ ਲੈ ਲੂੰਗੀ। ਤਾਂ ਕੀ ਬਣ ਜਾਊਗਾ, √5 ਇਜ਼ ਇਕੁਅਲ ਟੂ A/B। ਮੈਂ ਇਹੀ ਬੋਲਿਆ ਨਾ ਦੈਟ √5 ਇਜ਼ ਰੈਸ਼ਨਲ। ਤਾਂ ਰੈਸ਼ਨਲ ਕਿਹੜੀ ਫਾਰਮ 'ਚ ਹੁੰਦਾ ਆ, P/Q ਦੀ, ਔਰ P/Q ਦੀ ਜਗ੍ਹਾ 'ਤੇ ਮੈਂ ਕੀ ਲੈ ਲਿਆ, A/B।
√5 ਇਜ਼ ਇਕੁਅਲ ਟੂ a/b, ਜਿਸ ਵਿੱਚ a ਐਂਡ b ਕੀ ਹੋਣਗੇ, ਆਰ ਪੋਜ਼ਿਟਿਵ ਕੋਪ੍ਰਾਈਮ ਇੰਟੀਜ਼ਰ। ਹੁਣ ਦੇਖੋ ਕਈ ਬੱਚਿਆਂ ਨੇ ਕਹਿਣਾ ਕਿ ਅਸੀਂ ਇੰਟੀਜ਼ਰਸ ਵਾਲਾ ਮਤਲਬ ਪ੍ਰਾਈਮ ਨੰਬਰ ਦੇਖ ਚੁੱਕੇ ਹਾਂ, ਠੀਕ ਹੈ ਜੀ, ਪ੍ਰਾਈਮ ਨੰਬਰ ਤੁਸੀਂ ਦੇਖ ਹੀ ਚੁੱਕੇ ਹੋ। ਉਹਨਾਂ ਨੇ ਕਹਿਣਾ ਕਿ ਇਸ ਵਿੱਚ ਵੀ ਉਹੀ ਸੇਮ ਏ ਐਂਡ ਬੀ ਜੋ ਲਿਆ ਉਹੀ ਸੇਮ ਪ੍ਰਾਈਮ ਨੰਬਰ ਹੋਣਗੇ। ਨੋ, ਪ੍ਰਾਈਮ ਨੰਬਰ ਇਜ਼ ਅ ਡਿਫਰੈਂਟ ਕੌਨਸੈਪਟ, ਕੋ ਪ੍ਰਾਈਮ ਨੰਬਰ ਇਜ਼ ਅ ਡਿਫਰੈਂਟ ਕੌਨਸੈਪਟ, ਠੀਕ ਹੈ ਜੀ। ਹੁਣ ਆਪਾਂ ਫਸਟ ਆਫ ਆਲ ਆਹ ਤੋਂ ਮੰਨ ਲਿਆ। ਹੁਣ ਪਹਿਲਾਂ ਮੈਂ ਤੁਸੀਂ ਤੁਹਾਡੇ ਲਈ ਨਵੀਂ ਚੀਜ਼ ਆਈ ਹੈ ਕੋ ਪ੍ਰਾਈਮ, ਠੀਕ ਆ। ਔਰ ਐਗਜ਼ਾਮ ਦੇ ਵਿੱਚ ਤੁਸੀਂ ਆਨਸਰ ਵਿੱਚ ਆਲਵੇਜ਼ ਆਹ ਵਾਲੀ ਚੀਜ਼ ਲਿਖਣੀ ਆ, ਇਹਦਾ ਹੀ ਪ੍ਰੋਪਰ 1 ਮਾਰਕ ਮਿਲਦਾ ਤੁਹਾਨੂੰ। ਫਾਈਨਲ ਦੇ ਵਿੱਚ ਜੋ ਵੀ ਆਹ ਵਾਲੇ ਇਰੈਸ਼ਨਲ ਵਾਲੇ ਪ੍ਰੂਫ ਦਾ ਤੁਹਾਡੇ ਸਮ ਆ ਨਾ, ਇਹਨਾਂ 'ਚੋਂ ਇੱਕ 4 ਮਾਰਕਸ ਦਾ ਸਮ ਆਉਂਦਾ ਆ, ਠੀਕ ਹੈ ਜੀ। ਔਰ ਉਹਦੇ ਵਿੱਚ ਤੁਸੀਂ ਪ੍ਰੋਪਰਲੀ ਥਿਓਰੈਟੀਕਲ ਪੋਰਸ਼ਨ ਲਿਖ ਕੇ ਆਉਣਾ ਆ, ਜਿਹਦਾ 1 ਮਾਰਕ ਇਸ ਚੀਜ਼ ਦਾ ਸਿਰਫ ਇਸ ਲਾਈਨ ਦਾ ਹੀ 1 ਮਾਰਕ ਮਿਲਦਾ ਆ। ਅਗਰ ਤੁਸੀਂ ਨਹੀਂ ਲਿਖੀ ਤਾਂ ਉਹ 1 ਮਾਰਕ ਕੱਟਿਆ ਜਾਊਗਾ, ਠੀਕ ਹੈ ਜੀ। ਸੋ ਸਾਰਾ ਥਿਓਰੈਟੀਕਲ ਪੋਰਸ਼ਨ ਸਟੈਪ ਬਾਏ ਸਟੈਪ ਲਿਖਣਾ ਆ ਨਾਲ ਨਾਲ। ਹੁਣ ਆ ਗਿਆ ਇਹਦੇ ਵਿੱਚ ਕੋ ਪ੍ਰਾਈਮ। ਪ੍ਰਾਈਮ ਆਪਾਂ ਦੇਖ ਚੁੱਕੇ ਹਾਂ। ਹੁਣ ਕੋ ਪ੍ਰਾਈਮ ਦੀ ਗੱਲ ਆ ਗਈ ਤਾਂ ਦੇਖਦੇ ਹਾਂ ਕੋ ਪ੍ਰਾਈਮ ਕੀ ਹੁੰਦਾ ਆ। ਕੋ ਪ੍ਰਾਈਮ ਨੰਬਰਸ ਕਿਹੜੇ ਹੁੰਦੇ ਆ, ਉਹ ਨੰਬਰ, ਠੀਕ ਹੈ ਜੀ, ਜਿਨ੍ਹਾਂ ਵਿੱਚ ਸਿਰਫ 1 ਕਾਮਨ ਹੋਏ, ਠੀਕ ਹੈ ਜੀ। ਕੋ ਪ੍ਰਾਈਮ ਕੀ ਹੁੰਦੇ ਆ, ਉਹ ਨੰਬਰ ਜਿਨ੍ਹਾਂ ਵਿੱਚ ਸਿਰਫ 1 ਕਾਮਨ ਹੋਵੇ, ਸਿਰਫ 1। ਹੁਣ ਦੇਖੋ ਆਪਾਂ ਫੈਕਟਰਸ ਬਣਾਉਂਦੇ ਹੁੰਦੇ ਸੀ ਨਾ ਦੋ ਨੰਬਰਸ ਦੇ, ਠੀਕ ਆ। ਉਹਨਾਂ ਦੇ ਫੈਕਟਰਸ ਦੇ ਵਿੱਚ ਆਪਾਂ ਦੇਖਦੇ ਹੁੰਦੇ ਸੀਗੇ ਕਿਹੜਾ ਨੰਬਰ ਕਾਮਨ ਆ, ਔਰ ਅਗਰ ਉਹਨਾਂ ਦੇ ਵਿੱਚ 1 ਕਾਮਨ ਆ ਦੈਟ ਮੀਨਸ ਉਹ ਕੋ ਪ੍ਰਾਈਮ ਨੰਬਰ ਹੈਗੇ ਆ। ਅਗਰ 1 ਤੋਂ ਇਲਾਵਾ ਕੋਈ ਵੀ ਨੰਬਰ ਕਾਮਨ ਆ ਨਾ, ਇਟ ਮੀਨਸ ਉਹ ਕੋ ਪ੍ਰਾਈਮ ਨੰਬਰ ਨਹੀਂ ਹੈਗੇ, ਠੀਕ ਆ। ਫੋਰ ਐਗਜ਼ਾਮਪਲ ਤੁਸੀਂ ਤੋਂ ਪਹਿਲਾਂ ਸਮਝ ਲਓ, ਮੈਂ ਪੇਅਰ ਦੇ ਵਿੱਚ ਲਿਆ, ਕੋ ਪ੍ਰਾਈਮ ਨੰਬਰ ਆਲਵੇਜ਼ ਪੇਅਰ 'ਚ ਆਉਂਦੇ ਆ। ਮੈਂ ਪੇਅਰ ਲਿਆ 2 ਐਂਡ 3 ਦਾ, ਠੀਕ ਹੈ ਜੀ। ਹੁਣ ਦੇਖੋ ਇਹਨਾਂ ਦੇ ਫੈਕਟਰ ਵਿੱਚ ਕਾਮਨ ਕੀ ਆ, 2 ਦਾ ਫੈਕਟਰ ਕਿੰਨਾ ਬਣੂਗਾ, 2 × 1, ਐਂਡ 3 ਦਾ ਫੈਕਟਰ ਕਿੰਨਾ ਬਣ ਜਾਊਗਾ, 3 × 1। ਔਰ ਦੋਨਾਂ 'ਚ ਦੇਖੋ ਕਾਮਨ ਹੈ, ਕੀ ਕਾਮਨ ਹੈ, 1। ਇਟ ਮੀਨਸ ਆਹ ਵਾਲਾ 2 3 ਵਾਲਾ ਪੇਅਰ ਕੋ ਪ੍ਰਾਈਮ ਹੈ, ਯੈਸ ਕੋ ਪ੍ਰਾਈਮ ਹੈ, ਠੀਕ ਹੈ ਜੀ। ਨੈਕਸਟ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆਪਾਂ। ਹੁਣ ਮੈਂ ਬੋਲਤਾ ਆ, ਤੁਸੀਂ ਲਓ। ਹੁਣ ਦੇਖੋ ਆਪਾਂ ਪੇਅਰ ਲੈ ਲਿਆ 24 ਔਰ 6 ਦਾ। ਹੁਣ ਮੈਂ ਬੋਲਿਆ ਕਿ ਇਹਨਾਂ ਦੇ ਫੈਕਟਰਸ ਬਣਾਓ। 24 ਦੇ ਤੋਂ ਕਿੰਨੇ ਫੈਕਟਰਸ ਬਣ ਸਕਦੇ ਆ, ਠੀਕ ਆ ਜੀ। ਆਪਾਂ ਇਹਨਾਂ 'ਚੋਂ ਇੱਕ ਬਣਾ ਲਿਆ 12 × 2, ਠੀਕ ਆ। ਐਂਡ ਮੈਂ 6 ਦਾ ਪੇਅਰ ਬਣਾਤਾ 2 × 3। ਹੁਣ ਦੱਸੋ ਇਹਨਾਂ ਦੇ ਵਿੱਚ ਕੋਈ 1 ਕਾਮਨ ਹੈ, ਨਹੀਂ। ਇਹਦੇ ਵਿੱਚ ਕੀ ਆ 2 2 ਆ, ਔਰ ਇੱਧਰ ਕੀ ਆ 12 ਔਰ 3 ਆ, ਠੀਕ ਆ ਜੀ। ਇਟ ਮੀਨਸ ਔਰ ਇਹਦੇ ਪੇਅਰਸ ਹੋਰ ਵੀ ਬਣ ਜਾਣਗੇ ਨਾ ਕਾਫੀ, ਠੀਕ ਆ। ਤਾਂ ਕਿੰਨਾ 8 × 3 ਵੀ ਬਣ ਸਕਦਾ ਆ, ਠੀਕ ਆ ਜੀ। ਦੈਟ ਮੀਨਸ ਜਿਹੜੇ ਮੇਰੇ ਕੋਲ ਆਹ ਆ 24 ਔਰ 6 ਦਾ ਪੇਅਰ ਆ, ਉਹਨਾਂ ਦੇ ਵਿੱਚ 1 ਨਹੀਂ ਆ। ਔਰ ਕੋ ਪ੍ਰਾਈਮ ਨੰਬਰ ਕੀ ਬੋਲਦਾ ਸੀਗਾ ਕਿ ਸਿਰਫ 1 ਕਾਮਨ ਹੋਵੇ। ਅਗਰ 1 ਕਾਮਨ ਹੋਏਗਾ ਤਾਂ ਹੀ ਕੋ ਪ੍ਰਾਈਮ ਨੰਬਰ ਹੋਏਗਾ। ਇਹਨਾਂ ਦੇ ਵਿੱਚ 1 ਕਾਮਨ ਸੀ, ਯੈਸ, ਤਾਂ ਹੀ ਕੋ ਪ੍ਰਾਈਮ ਨੰਬਰ ਬਣਿਆ। ਹੁਣ ਇਹਨਾਂ ਦੇ ਵਿੱਚ 1 ਕਾਮਨ ਆ, ਨੋ, ਇਟ ਮੀਨਸ ਦਿਸ ਪੇਅਰ ਇਜ਼ ਨਾਟ ਅ ਕੋ ਪ੍ਰਾਈਮ ਨੰਬਰ, ਠੀਕ ਆ। ਆਈ ਹੋਪ ਹੁਣ ਕੋ ਪ੍ਰਾਈਮ ਨੰਬਰ ਤੁਹਾਨੂੰ ਸਮਝ ਆ ਗਏ ਹੋਣਗੇ ਕਿ ਕੀ ਹੁੰਦੇ ਆ, ਠੀਕ ਆ ਜੀ। ਹੁਣ ਆਪਾਂ ਅੱਗੇ ਚੱਲਦੇ ਹਾਂ। ਹੁਣ ਦੇਖੋ ਇਸ ਸਮ ਨੂੰ ਆਪਾਂ ਸੋਲਵ ਕਰਦੇ ਹਾਂ। ਮੇਰਾ ਪੀ ਡਿਵਾਈਡ 'ਚ √5 ਦੇ ਨਾਲ ਜਾ ਕੇ ਉੱਧਰ ਮਲਟੀਪਲਾਈ ਹੋ ਸਕਦਾ ਆ, ਯੈਸ। ਤਾਂ ਕਰੋ ਕੀ ਬਣ ਜੂਗਾ, P × √5 ਇਜ਼ ਇਕੁਅਲ ਟੂ A। ਆਹ ਵਾਲਾ P ਜੋ B ਡਿਵਾਈਡ 'ਚ ਸੀ ਨਾ, ਉਹ B ਡਿਵਾਈਡ ਉੱਧਰ ਜਾ ਕੇ ਕੀ ਹੋ ਗਿਆ, ਮਲਟੀਪਲਾਈ। ਇੱਧਰ ਵੀ ਡਿਵਾਈਡ ਸੀ, ਉੱਧਰ ਜਾ ਕੇ ਉਹ 5 ਦੇ ਨਾਲ ਕੀ ਹੋ ਗਿਆ ਜੀ, ਮਲਟੀਪਲਾਈ। ਤਾਂ ਟਰਮ ਕਿਹਦੇ ਇਕੁਅਲ ਆ ਗਈ, A ਦੇ, ਠੀਕ ਹੈ ਜੀ। ਹੁਣ ਨੈਕਸਟ ਤੁਸੀਂ ਕੀ ਕਰਨਾ, ਸਕੇਅਰਿੰਗ ਔਨ ਬੋਥ ਸਾਈਡ। ਤੋਂ ਲਿਖੋ ਸਕੇਅਰਿੰਗ ਔਨ ਬੋਥ ਸਾਈਡਸ। ਤਾਂ ਕੀ ਬਣ ਜਾਏਗਾ, B ਦਾ ਸਕੇਅਰ √5 ਦਾ ਸਕੇਅਰ ਇਜ਼ ਇਕੁਅਲ ਟੂ A ਦਾ ਸਕੇਅਰ। ਇਹੀ ਟਰਮ ਬਣ ਜਾਊਗੀ, ਠੀਕ ਹੈ ਜੀ। ਦੈਨ ਰੂਟ ਦੇ ਨਾਲ ਸਕੇਅਰਿੰਗ ਕੈਂਸਲ ਹੋ ਗਈ, ਤਾਂ ਟਰਮ ਬਚ ਕੇ ਗਈ 5 ਨਾਲ ਕੀ ਹੋ ਗਿਆ, × B ਦਾ ਸਕੇਅਰ ਇਜ਼ ਇਕੁਅਲ ਟੂ A ਦਾ ਸਕੇਅਰ। ਆਹੀ ਟਰਮ ਬਚ ਗਈ ਜੀ। ਹੁਣ ਮੈਂ ਇਸ ਟਰਮ ਨੂੰ ਇਕੁਏਸ਼ਨ ਨੰਬਰ 1 ਦੇ ਬੋਲਤਾ।
और ये वाली इक्वेशन इधर भी बन सकती है, बी स्क्वेयर एज इट इज़ रह जाएगा, जो 5 इधर मल्टीप्लाई च आओ जाके उधर की हो गया ए स्क्वेयर दे नाल डिवाइड। ठीक आ, आह वाली चीज़ इतों ही अप्रूवल हुई आ। ठीक है जी, मेरा 5 से इधर मल्टीप्लाई उधर जाके दूसरी साइड की हो गया वो डिवाइड। आह वाली चीज़ इन्ना स्टैप तुसीं एग्जाम्स च लिखो ना लिखो, इतों तक भी लिख दोगे ना ट्रू आ। ठीक है जी, ये तुसीं रफ वर्क च भी समझ सकते हो। नैक्सट देखो ਹੁਣ ਇਹਦੇ ਵਿੱਚ ਬਣ ਕੀ ਗਿਆ, ਏ ਸਕੁਏਅਰ ਅਪੋਨ 5 ਬਣ ਗਿਆ। ਇਹਦਾ ਮਤਲਬ ਕੀ ਹੋ ਗਿਆ, ਏ ਸਕੁਏਅਰ ਡਿਵਾਈਡ ਕਰਦਾ ਪਿਆ 5 ਨੂੰ, ਮਤਲਬ 5 ਉਹਦੇ ਨਾਲ ਡਿਵੀਜ਼ੀਬਲ ਆ ਨਾ, ਤਾਂ ਕੀ ਹੋ ਜਾਊਗਾ ਏ ਸਕੁਏਅਰ ਇਜ਼ ਡਿਵੀਜ਼ੀਬਲ ਬਾਈ 5। ਤਾਂ ਲਿਖੋ ਏ ਸਕੁਏਅਰ ਇਜ਼ ਡਿਵੀਜ਼ੀਬਲ ਬਾਈ 5। ਇੰਨਾ ਹੋ ਗਿਆ, ਏ ਸਕੁਏਅਰ ਆ ਜਿਹੜਾ ਉਹ ਡਿਵੀਜ਼ੀਬਲ ਹੋ ਰਿਹਾ ਆ 5 ਨਾਲ, ਤਾਂ ਕੀ ਹੋ ਗਿਆ ਏ ਸਕੁਏਅਰ ਇਜ਼ ਡਿਵੀਜ਼ੀਬਲ ਬਾਈ 5। ਠੀਕ ਹੈ ਜੀ, ਹੁਣ ਆਪਾਂ ਨੂੰ ਇੱਥੇ ਕੀ ਹੋ ਗਿਆ, ਥਿਊਰਮ ਯਾਦ ਆ ਰਹੀ ਆ 1.3। ਦੇਖੋ ਥਿਊਰਮ ਕੀ ਬੋਲਦੀ ਸੀ, ਇਫ ਏ ਸਕੁਏਅਰ ਇਜ਼ ਡਿਵੀਜ਼ੀਬਲ ਬਾਈ ਪੀ ਦੈਨ ਏ ਇਜ਼ ਆਲਸੋ ਡਿਵੀਜ਼ੀਬਲ ਬਾਈ ਪੀ। ਕੀ ਮਤਲਬ ਹੋ ਗਿਆ, ਹੁਣ ਮੇਰਾ ਇੱਥੇ ਏ ਸਕੁਏਅਰ ਇਜ਼ ਡਿਵੀਜ਼ੀਬਲ ਬਾਈ ਪੀ ਦੀ ਜਗ੍ਹਾ 'ਤੇ ਪ੍ਰਾਈਮ ਨੰਬਰ ਕਿਹੜਾ ਆ ਗਿਆ 5। ਏ ਸਕੁਏਅਰ ਇਜ਼ ਡਿਵੀਜ਼ੀਬਲ ਬਾਈ 5 ਦੈਨ ਏ ਇਜ਼ ਆਲਸੋ ਡਿਵੀਜ਼ੀਬਲ ਬਾਈ 5 ਬਣਦਾ ਨਾ। तो आप इतने लिखांगे नाउ। ठीक है जी, की बन जूगा, आप थ्योरम लिए ना बाय थ्योरम 1.3। नाउ बाय थ्योरम 1.3 सो a is also divisible by 5। so a is also divisible बाय 5। थ्योरम ने यही बोलिया सीगा ए स्क्वायर इज डिविजिबल बाय पी दैन ए इज़ ऑलसो डिविजिबल बाय पी। ठीक है जी, हुण पी की जगह ते इत्थे अपना प्राइम नंबर आ रहा 5, तो की हो गया ए स्क्वायर इज डिविजिबल बाय 5 दैन ए इज़ ऑलसो डिविजिबल बाय 5। थ्योरम अप्लाई हो गई। हुण देखो इत्थे अपने कोल बी का आंसर बनता पाया, मतलब बी किहदे कोल आ रहा ए स्क्वायर अपॉन 5 दे। हुण गल इत्थे किहदी गल हो रही आ, सिंगल ए दी। तो आप इत्थे कोई होर एक्सट्रा इंटीजर लैके सॉल्व आउट करना स्टार्ट करते हैं, तो की लैवांगे, तो आप टर्म्स में लिखांगे किदां, सो वी कैन राइट ए इज इक्वल टू 5c। सी क्या, कोई भी इंटीजर, सी की है जी अपना हुण कोई भी इंटीजर, और 5 कित्थों आया, जो आप सम स्टार्ट ही करते सी √5 ਦੇ 5 ਵਿੱਚ ਸਾਰਾ ਸਮ ਦੇ ਵਿੱਚ 5 ਹੀ ਯੂਜ਼ ਹੋ ਰਿਹਾ ਨਾ। ਅਗਰ ਤੁਹਾਡਾ ਉੱਥੇ √3 ਹੁੰਦਾ ਆ ਜਾਂ ਸਾਰਾ ਸਮ ਤੁਸੀਂ 3 'ਚ ਸੋਲਵ ਕਰਦੇ ਇੱਥੇ 3 ਆ ਜਾਣਾ ਸੀ। ਅਗਰ 2 ਹੁੰਦਾ ਦੈਨ ਆਪਣਾ ਇੱਥੇ 2 ਆ ਜਾਣਾ ਸੀ। ਅਗਰ 7 ਹੁੰਦਾ ਦੈਨ ਇੱਥੇ ਆਪਣਾ 7 ਆ ਜਾਣਾ ਸੀ। ਹੁਣ ਗੱਲ ਸਾਰੀ 5 ਦੀ ਹੋ ਰਹੀ ਆ, ਤਾਂ ਇੱਥੇ ਕਿੰਨਾ ਆ ਗਿਆ 5। ਠੀਕ ਆ, तो लिखो C is some integer, C is some integer। एग्जाम ਦੇ ਵਿੱਚ ਆ ਸਾਰੇ ਪ੍ਰੋਪਰਲੀ ਪੁਆਇੰਟਸ ਲਿਖ ਕੇ ਆਣੇ ਆ। ਠੀਕ ਆ ਜੀ, ਕੋਈ ਵੀ ਸਕਿਪ ਨਹੀਂ ਕਰਨਾ, ਥਿਓਰੈਟੀਕਲ ਪੋਰਸ਼ਨ ਸਾਰਾ ਪ੍ਰੋਪਰਲੀ ਲਿਖ ਕੇ ਆਣਾ। 4 ਮਾਰਕਸ ਦਾ ਸਮ ਆਣਾ ਆ। ਠੀਕ ਆ ਜੀ, ਔਰ ਉਸ ਸਮ ਨੂੰ ਪ੍ਰੋਪਰਲੀ ਕੰਪਲੀਟ ਕਰਕੇ ਆਣਾ ਹੈ ਥਿਓਰੈਟੀਕਲ ਔਰ ਮੈਥਮੈਟੀਕਲ ਟਰਮਸ ਦੇ ਵਿੱਚ। ਠੀਕ ਹੈ ਜੀ, ਹੁਣ ਨੈਕਸਟ ਦੇਖੋ ਸੀ ਇਜ਼ ਦਾ ਸਮ ਇੰਟੀਜ਼ਰ, ਮਤਲਬ ਕੋਈ ਵੀ ਇੰਟੀਜ਼ਰ ਹੋਏਗਾ ਸੀ। ਹੁਣ ਦੇਖੋ ਆਪਣੇ ਕੋਲ ਇੱਕ ਤਰ੍ਹਾਂ ਦੀ ਏ ਦੀ ਵੈਲਿਊ ਆ ਗਈ। ਠੀਕ ਹੈ ਜੀ, ਏ ਦੇ ਕਿਹੜੇ ਫੈਕਟਰ ਬਣਦੇ ਪਏ ਆ 5 ਇੰਟੂ ਸੀ। ਹੁਣ ਮਤਲਬ ਏ ਦੀ ਵੈਲਿਊ ਕਿਹਦੇ ਇਕੁਅਲ ਆ ਗਈ ਆ 5 ਇੰਟੂ ਸੀ ਦੇ ਇਕੁਅਲ। ਠੀਕ ਆ ਜੀ, ਇਹਨਾਂ ਸਮਝ ਲੱਗਿਆ ਕਿ ਏ ਦੀ ਕੋਈ ਵੈਲਿਊ ਆ ਰਹੀ ਆ, ਉਹ ਕਿਹਦੇ ਕੋਲ ਆ ਰਹੀ ਆ 5c ਦੇ ਇਕੁਅਲ। ਠੀਕ ਹੈ ਜੀ, ਹੁਣ ਨੈਕਸਟ ਲਾਈਨ ਲਿਖੋ, ਪੁੱਟ ਦਾ ਵੈਲਿਊ ਆਫ ਏ, ਪੁੱਟ ਦ ਵੈਲਿਊ of a in equation 1। equation 1 ਕਿਹੜੀ ਸੀ ਆਪਣੀ this। ਠੀਕ ਹੈ ਜੀ, equation 1 ਕਿਹੜੀ ਸੀ this, ਜਾਂ ਫਿਰ ਤੁਸੀਂ ਇਹਨੂੰ ਵੀ ਲੈ ਸਕਦੇ ਹੋ। ਠੀਕ ਹੈ ਜੀ, ਜਾਂ ਫਿਰ ਵੈਲਿਊ ਇਹਦੇ ਵਿੱਚ ਅਪਰੂਵਲ ਕਰਵਾ ਦਿਓ। ਹੁਣ ਦੇਖੋ ਕਿੰਨਾ ਬਣਦਾ ਪਿਆ 5b ਸਕੁਏਅਰ ਇਜ਼ ਇਕੁਅਲ ਟੂ a ਸਕੁਏਅਰ। ਤਾਂ ਫਸਟ ਆਫ ਆਲ ਮੈਂ ਫਸਟ ਕੀ ਲਿਖੂੰਗੀ 5b ਸਕੁਏਅਰ ਲਿਖਤਾ। ਉਹਨੇ ਕੀ ਬੋਲਿਆ a ਸਕੁਏਅਰ, ਔਰ ਇੱਥੇ ਮੇਰੇ ਕੋਲ ਕਿਹਦੀ ਵੈਲਿਊ ਹੈ ਸਿਰਫ a ਦੀ, ਤਾਂ 5c। गल स्क्वेयरिंग की हो रही है, ऊपर की हो जाएगा ਇਹਦਾ होल स्क्वेयर। ठीक है, तो सॉल्व आउट करो की बन जाएगा 5b स्क्वेयर इज इक्वल टू 5 इंटू 5, मतलब 5 का स्क्वेयर कितना आंसर इज 25। नाल c इंटू सी, सी का स्क्वेयर कितना आंसर है c स्क्वेयर बन गया।
ਨਾਓ ਦੇਖੋ ਹੁਣ 5 ਇੱਧਰ ਪਿਆ ਹੋਇਆ ਨਾ, 5 ਨੂੰ ਇੱਧਰ ਆਣ ਕੇ ਕੀ ਕਰਤਾ ਮੈਂ ਡਿਵਾਈਡ, ਤਾਂ ਕੀ ਬਣ ਜਾਊਗਾ 5 ਇੱਧਰ ਕੀ ਸੀਗਾ b ਦੇ ਨਾਲ ਮਲਟੀਪਲਾਈ, ਇੱਧਰ ਟਰਮ 'ਚ ਆਣ ਕੇ ਉਹਨੂੰ ਮੈਂ ਕੀ ਕਰਵਾਤਾ 25 ਇੰਟੂ ਸੀ ਸਕੇਅਰ ਦੇ ਨਾਲ ਡਿਵਾਈਡ। ਠੀਕ ਆ ਜੀ, ਹੁਣ 5 ਦੇ ਟੇਬਲ 'ਤੇ ਕੈਂਸਲ ਹੋ ਸਕਦਾ 25, ਯੈਸ, ਤਾਂ ਆਂਸਰ ਕਿੰਨਾ ਆ ਜਾਊਗਾ ਇਹਦਾ 5। ਤਾਂ ਕੀ ਬਣ ਗਿਆ b ਸਕੇਅਰ ਇਜ਼ ਇਕੁਅਲ ਟੂ 5c ਸਕੇਅਰ, ਆਹੀ ਬਣ ਗਿਆ ਨਾ। ਹੁਣ ਦੇਖੋ b ਦੇ ਫੈਕਟਰ ਦੇ ਨਾਲ ਕੀ ਆ ਰਿਹਾ 5 ਇੰਟੂ ਸੀ, ਇਹੀ ਬਣਦਾ ਪਿਆ। ਇੱਧਰ a ਦੇ ਫੈਕਟਰ ਦੇ ਨਾਲ ਕੀ ਆ ਰਿਹਾ ਸੀਗਾ 5 ਇੰਟੂ ਸੀ। ਠੀਕ ਆ ਜੀ, ਹੁਣ ਦੇਖੋ ਆਪਣਾ b ਸਕੇਅਰ ਇਜ਼ ਇਕੁਅਲ ਟੂ 5 ਇੰਟੂ ਸੀ ਸਕੇਅਰ ਬਣਦਾ ਪਿਆ, ਮਤਲਬ ਜਿਹੜਾ ਮੇਰਾ 5 ਆ ਉਹ c ਦੇ ਨਾਲ ਮਲਟੀਪਲਾਈ ਆ। ਹੁਣ ਉੱਧਰ b ਦੇ ਨਾਲ ਜਾ ਕੇ ਡਿਵਾਈਡ ਹੋ ਸਕਦਾ ਆ, ਦੇਖੋ ਕੀ ਬਣ ਜਾਏਗਾ ਫਿਰ b ਸਕੇਅਰ ਅਪੋਨ 5 ਇਜ਼ ਇਕੁਅਲ ਟੂ c ਸਕੇਅਰ, ਆਈ ਟਰਮ ਬਣ ਜਾਊਗੀ b ਸਕੇਅਰ ਅਪੋਨ 5 ਇਜ਼ ਇਕੁਅਲ ਟੂ c ਸਕੇਅਰ। ਹੁਣ ਦੇਖੋ b ਸਕੇਅਰ 5 ਦੇ ਨਾਲ ਡਿਵਾਈਡ ਹੋ ਰਿਹਾ ਆ। ਠੀਕ ਹੈ ਜੀ, ਤਾਂ ਨੈਕਸਟ ਲਾਈਨ ਆਪਾਂ ਇੱਥੇ ਕੀ ਲਿਖਾਂਗੇ, ਸੋ b ਸਕੇਅਰ ਇਜ਼ ਡਿਵਿਜ਼ੀਬਲ ਬਾਈ 5। ਦੈਨ ਫਿਰ ਆਪਣੀ ਥਿਊਰਮ ਨੇ ਕੀ ਬੋਲਿਆ ਸੀਗਾ, ਠੀਕ ਹੈ ਜੀ, ਬਾਈ 13 ਥਿਊਰਮ ਨੇ ਕੀ ਬੋਲਿਆ ਸੀਗਾ, ਅਗਰ ਤੁਹਾਡਾ b ਸਕੁਅਰ ਇਜ਼ ਡਿਵਿਜ਼ੀਬਲ ਬਾਈ 5 ਆ ਦੈਨ ਫਿਰ ਸਿੰਪਲ b ਵੀ ਕੀ ਹੋਊਗਾ ਇਜ਼ ਆਲਸੋ ਡਿਵਿਜ਼ੀਬਲ ਬਾਈ 5, ਇਹ ਟਰਮ ਬਣ ਜਾਏਗੀ। ਹੁਣ ਦੇਖੋ ਇੱਥੇ ਮੇਰੀ ਟਰਮ ਨੇ ਕੀ ਬੋਲਿਆ ਸੀ, a ਸਕੁਅਰ ਇਜ਼ ਡਿਵਿਜ਼ੀਬਲ ਬਾਈ 5 ਦੈਨ a ਇਜ਼ ਆਲਸੋ ਡਿਵਿਜ਼ੀਬਲ ਬਾਈ 5। ਠੀਕ ਹੈ ਜੀ, ਮਤਲਬ ਕੀ ਹੈ ਕਿ a ਸਕੁਅਰ ਔਰ a 5 ਦੇ ਨਾਲ ਡਿਵਾਈਡ ਹੋ ਰਹੀਆਂ, ਇੱਥੇ ਨਾਲ ਟਰਮ ਨੇ ਕੀ ਬੋਲਤਾ b ਸਕੁਅਰ ਔਰ b ਵੀ 5 ਦੇ ਨਾਲ ਡਿਵਾਈਡ ਹੋ ਰਹੀਆਂ ਟਰਮ। ਆਪਾਂ ਕੀ ਲਿਆ ਸੀਗਾ a ਵੀ ਆਪਣੇ ਕੀ ਆ ਕੋ ਪ੍ਰਾਈਮ ਇੰਟੀਜ਼ਰਸ ਆ। ਠੀਕ ਹੈ ਜੀ, ਆਪਾਂ ਇਹੀ ਲਿਆ ਸੀ ਨਾ a ਐਂਡ b ਆਰ ਪੋਜ਼ਿਟਿਵ ਕੋ ਪ੍ਰਾਈਮ ਇੰਟੀਜ਼ਰਸ। ਠੀਕ ਹੈ ਜੀ, ਔਰ ਕੋ ਪ੍ਰਾਈਮ ਨੇ ਕੀ ਬੋਲਿਆ ਸੀਗਾ ਉਹਨਾਂ ਦੇ ਵਿੱਚ 1 ਹੀ ਕਾਮਨ ਹੋਣਾ ਚਾਹੀਦਾ ਆ। ਕੋ ਪ੍ਰਾਈਮ ਨੇ ਕੀ ਬੋਲਿਆ ਸੀ ਉਹਨਾਂ ਵਿੱਚ ਸਿਰਫ 1 ਹੀ, ਜਿਹੜੇ ਵੀ ਉਹਨਾਂ ਦੇ ਪੇਅਰਸ ਹੋਣਗੇ ਨਾ ਉਹਨਾਂ ਦੇ ਕੋ ਫੈਕਟਰਸ, ਜਦੋਂ ਆਪਾਂ ਕੋ ਪ੍ਰਾਈਮ ਦੇ ਫੈਕਟਰਸ ਬਣਾਉਣੇ ਉਹਨਾਂ ਦੇ ਵਿੱਚ ਕੀ ਕਾਮਨ ਹੋਣਾ ਚਾਹੀਦਾ ਸਿਰਫ 1। ਬਟ ਇੱਥੇ ਤੋਂ ਕੀ ਬੋਲਤਾ ਜੀ a ਵੀ 5 ਨੂੰ ਡਿਵਿਜ਼ੀਬਲ ਆ, a ਸਕੁਅਰ ਵੀ 5 ਨੂੰ ਡਿਵਿਜ਼ੀਬਲ ਆ, b ਸਕੁਅਰ ਵੀ 5 ਦਾ ਡਿਵਿਜ਼ੀਬਲ ਆ ਔਰ b ਵੀ 5 ਦਾ ਡਿਵਿਜ਼ੀਬਲ ਆ। ਠੀਕ ਹੈ ਜੀ, ਹੁਣ ਦੱਸੋ ਮੈਨੂੰ ਕੋ ਪ੍ਰਾਈਮ ਨੇ ਕੀ ਬੋਲਿਆ ਸੀ ਸਿਰਫ ਇੱਕ ਹੀ ਕਾਮਨ, ਮਤਲਬ 1 ਹੀ ਕਾਮਨ ਹੋਏਗਾ। ਹੁਣ ਤੁਸੀਂ ਮੈਨੂੰ ਦੱਸੋ ਇਹਦੇ ਵਿੱਚ a ਸਕੁਅਰ b ਸਕੁਅਰ ਸਾਰੇ ਦੇ ਚਾਰੋਂ ਟਰਮਸ ਕਿਹਨੂੰ ਡਿਵਾਈਡ ਕਰਦੀਆਂ ਪਈਆਂ 5 ਨੂੰ। ਤੁਸੀਂ ਹੁਣ ਮੈਨੂੰ ਦੱਸੋ ਇਹ ਕੋ ਪ੍ਰਾਈਮ ਹੈ ਜਾਂ ਨਹੀਂ, ਨਹੀਂ ਕਿਉਂ, ਕਿਉਂਕਿ ਕੋ ਪ੍ਰਾਈਮ ਨੇ ਕੀ ਬੋਲਿਆ ਸੀਗਾ ਸਿਰਫ 1 ਕਾਮਨ ਹੋਣਾ ਚਾਹੀਦਾ ਸੀ ਔਰ ਇਹਨਾਂ ਦੇ ਵਿੱਚ ਕੀ ਕਾਮਨ ਹੋ ਰਿਹਾ ਹੈ 5। ਠੀਕ ਹੈ ਜੀ, a ਸਕੁਅਰ b ਸਕੁਅਰ a ਔਰ b ਇਹਨਾਂ ਦੇ ਵਿੱਚ ਇਹਨਾਂ ਦਾ ਕਾਮਨ ਫੈਕਟਰ ਕਿਹੜਾ ਬਣ ਰਿਹਾ ਆ 5। ਬਟ ਆਪਣਾ ਕੋ ਪ੍ਰਾਈਮ ਨੇ ਕੀ ਬੋਲਿਆ ਸੀਗਾ ਕਿ ਸਿਰਫ 1 ਹੀ ਕਾਮਨ ਹੋਣਾ ਚਾਹੀਦਾ ਆ। ਠੀਕ ਹੈ ਜੀ, ਤਾਂ ਇੱਥੇ ਤਾਂ ਕਾਮਨ ਹੋ ਗਿਆ 5, ਇਟ ਮੀਨਸ ਇਟ ਇਜ਼ ਅ ਕੌਂਟਰਾਡਿਕਟ, ਗਲਤ ਚੀਜ਼ ਹੋ ਗਈ ਨਾ ਇਹ ਤੋਂ। ਅਗਰ 5 ਇਹਦਾ ਕਾਮਨ ਫੈਕਟਰ ਆ ਇਹ ਤੋਂ ਗਲਤ ਚੀਜ਼ ਆ, ਕਿਉਂਕਿ ਮੇਰੇ ਤਾਂ ਕੋ ਪ੍ਰਾਈਮ ਨੇ ਬੋਲਿਆ ਸੀਗਾ ਸਿਰਫ ਇੱਕ ਨੰਬਰ ਮਤਲਬ ਸਿਰਫ 1 ਹੀ ਕਾਮਨ ਹੋਣਾ ਚਾਹੀਦਾ ਆ। ਠੀਕ ਆ, ਔਰ ਮੈਂ ਇੱਥੇ ਲੈ ਲਿਆ ਸੀਗਾ a ਵੀ ਮੇਰੇ ਕੋ ਪ੍ਰਾਈਮ ਆ, ਮਤਲਬ ਇਹਨਾਂ ਦੇ ਵਿੱਚ 1 ਹੀ ਕਾਮਨ ਹੋਊਗਾ। ਜਦੋਂ ਉਹਨਾਂ ਨੂੰ ਮੈਂ ਸੋਲਵ ਆਊਟ ਕਰਕੇ ਦੇਖਿਆ ਉਹਨਾਂ ਦੇ ਵਿੱਚ 1 ਦੀ ਬਜਾਏ 5 ਕਾਮਨ ਨਿਕਲ ਗਿਆ, ਇਹ ਤਾਂ ਚੀਜ਼ ਗਲਤ ਹੋ ਗਈ ਨਾ ਇੱਥੇ ਆਣ ਕੇ, ਕਿਉਂਕਿ ਆਪਾਂ ਉੱਪਰ ਮੰਨ ਲਿਆ ਜੀ ਕੋ ਪ੍ਰਾਈਮ a ਐਂਡ b ਦੇ ਵਿੱਚ ਕੀ ਆ ਕਾਮਨ 1। ਜਦੋਂ ਉਹਨੂੰ ਮੈਂ ਸੋਲਵ ਆਊਟ ਕਰਨਾ ਸ਼ੁਰੂ ਕਰਤਾ ਉਹ ਲਾਸਟ 'ਚ ਜਾ ਕੇ ਕੀ ਨਿਕਲ ਗਿਆ a ਔਰ b ਦਾ ਕਾਮਨ ਫੈਕਟਰ ਕਿਹੜਾ ਨਿਕਲ ਗਿਆ ਜੀ 5। ਠੀਕ ਆ, 1 ਨਹੀਂ ਆਇਆ, ਕੀ ਆ ਗਿਆ ਜੀ 5, ਔਰ ਇਹਦਾ ਮਤਲਬ ਕੀ ਹੋ ਗਿਆ ਕਿ ਇਹ ਟਰਮ ਤਾਂ ਕੋ ਪ੍ਰਾਈਮ ਹੋਈ ਹੀ ਨਹੀਂ ਫਿਰ। ਤਾਂ ਫਿਰ ਤੁਸੀਂ ਹੁਣ ਇੱਥੇ ਕੀ ਲਿਖੋਗੇ ਸਿੰਸ both मतलब a and b are divisible by 5। ठीक है जी, which shows they are not co-prime, ਕਿਉਂਕਿ ਕੋ ਪ੍ਰਾਈਮ ਉਦੋਂ ਹੀ ਹੋ ਸਕਦੇ ਸੀ ਜਦੋਂ ਉਹਨਾਂ ਦੇ ਵਿੱਚ 1 ਕਾਮਨ ਹੋਵੇ। ਠੀਕ ਆ ਜੀ, ਬਟ ਇੱਥੇ ਤੋਂ ਮੇਰਾ 5 ਆ ਗਿਆ ਕਾਮਨ। ਠੀਕ ਆ ਜੀ, ਇਟ ਮੀਨਸ ਉਹ ਤੋਂ ਫਿਰ ਕੋ ਪ੍ਰਾਈਮ ਹੋ ਹੀ ਨਹੀਂ ਸਕਿਆ। ਠੀਕ ਆ, ਨੈਕਸਟ ਕੀ ਹੋ ਗਿਆ ਫਿਰ, ਬਟ ਇਨੀਸ਼ੀਅਲੀ ਆਪਾਂ ਕੀ ਅਜ਼ਿਊਮ ਕੀਤਾ ਸੀਗਾ
कि ए एंड बी मेरे को प्राइम आ। लिखो बट इनिशियली we assumed that they are co-prime integers। शुरू च तो आप यही मान के चले सीगे मेरे ए एंड बी की आ को प्राइम इंटीजर्स आ, और को प्राइम इंटीजर्स उदों ही हो सकते हैं जो उन्होंने विच 1 कॉमन होवे, बट इतने 5 कॉमन आ गया। ये मतलब ये चीज़ तो गलत ही होगी, 1 आने की बजाय 5 आ गया। ठीक है जी, कॉन्ट्राडिक्शन हो गई है ये, तो कॉन्ट्राडिक्शन हो गई तो की लिखोगे फिर तुम, वट दिस contradicts the fact A and B, यही लेके चले सी, have no common factor other than 1। ठीक है जी, ਆਪਾਂ ਨੂੰ ਕੀ ਚਾਹੀਦਾ ਸੀ ਕਾਮਨ ਫੈਕਟਰ ਜਾਂ ਫਿਰ ਕੋ ਪ੍ਰਾਈਮ ਬਣਾਉਣ ਲਈ ਉਹਦੇ ਵਿੱਚ ਸਿਰਫ 1 ਕਾਮਨ ਹੋਵੇ। ਇਹਦੇ ਵਿੱਚ 5 ਆ ਗਿਆ ਜਿਸ ਦੀ ਆਪਾਂ ਨੂੰ ਲੋੜ ਨਹੀਂ ਸੀ, तो ਇਹਦਾ ਮਤਲਬ ਕੀ ਹੋ ਗਿਆ ਕਿ ਗਲਤ ਹੋ ਗਿਆ, ਉਲਟ ਹੋ ਗਿਆ ਨਾ। ਕੌਂਟਰਾਡਿਕਟ ਦਾ ਮਤਲਬ ਕੀ ਹੁੰਦਾ, ਉਲਟ। तो ਲਿਖਾਂਗੇ ਲਾਸਟ ਦਿਸ contradiction has arisen because of our wrong assumption। ठीक है जी, assumption मतलब जो आप assume किया सी, आप गलत assume कर लिया ना ए बी, आप की ले लिया सीगा ए भी को प्राइम आ, assume करके चले सीगे। ठीक है जी, बट को प्राइम तो निकले ही नहीं क्योंकि उन्होंने विच 1 आने की बजाय 5 कॉमन आ गया। यदा मतलब कि आप जो भी सोचा सीगा सारा मन के चले सी, वो सारी चीज़ आप गलत ही मन के चले सी, वो आप स्टार्टिंग विच ही बोले सी कि आप उलटा लैके ही चलना है। ठीक है जी, ऑपोजिशन च तो की बन गया, हैंस √5 इज़ नॉट रैशनल। आप रैशनल की कीता सीगा, आप की बोले सी लैट अस एज्यूम दैट √5 इज़ रैशनल। आप यही चीज़ मान के चले, जो आप इन्हें सॉल्व आउट करी गए लास्ट जाके प्रूव हो गया कि जी ये गलत, तुसी सारा सॉल्व आउट किया है, सामने सही सॉल्व आउट किया बट एज्यूम गलत किया, उलट किया सीगा। ठीक है, गलत इन द सेंस वो नहीं आप रोंग वाला कर लिया, नो सारा सम सही है, बस अजम्पशन ही आप उलट ले ली सी। ठीक है जी, तो की हो गया, हैंस √5 इज़ नॉट अ रैशनल। अगर वो रैशनल नहीं है तो की होएगा, इरेशनल। सो √5 इज़ इरेशनल। ठीक है जी, इरेशनल नंबर। ठीक है, ठीक है जी, आ सारे थ्रैटिकल पोर्शन, थ्रैटिकल लाइन्स सारिया लिख के आनिया। पंजाबी मीडियम वाले बच्चों ने भी सारा प्रॉपरली लिख के आना है। ठीक है जी, उन्होंने मैथ ते भी हुण देखो, अगर आप उन्होंने मैथ ते पंजाबी मीडियम प्रॉपरली गिवन आ। हुण मैं तुहानूं एक सम करवाया, बाकी एक्सरसाइज दे सम देखो सेम आ। ठीक है जी, ये आप 5 प्रूव कराया, ये की हो गया 3 + 2 √5। तो अपना 3 हुण देखो √5 टर्म आई थी, 3 इधर से प्लस का उधर जाके किहड़ा हो जाऊगा टर्म के नाल माइनस का। ठीक है जी, इस तरीके नाल तुसीं सॉल्व आउट करना। हुण इहदे विच जिन्नियां एग्जाम्पल्स आ ना, सारियां एग्जाम्पल्स जिन्नियां भी गिवन होणगियां वो तुसीं सारियां प्रॉपरली सॉल्व आउट करनियां। सम नूं एक बार 2 बार जिन्ना टाइम मर्जी तुसीं रिपीट ते समझ लईओ। ठीक है जी, सम नूं समझण तो बाद च सेम तुसीं एग्जाम्पल और एक्सरसाइज दे जो 2 सम बचे आ उन्हां नूं प्रूव करना है। ठीक है जी, कोई भी डिफिकल्टी नहीं आऊगी विच, बिकॉज जो आप मन के चलने एग्जाम्पल सॉरी सम फस्ट दे विच जो आप प्रूव किया, इत्थे भी इरेशनल बोलिया सी, आप रैशनल मन के चले सीगे, इत्थे इरेशनल बोलिया सी, इत्थे भी आप रैशनल मन के चलना। जिथे उन्होंने इरेशनल बोलिया ना टर्म्स के आप सारिया टर्म्स नूं रैशनल मन के एज्यूम करके सॉल्व आउट करना शुरू कर देना, लास्ट जाके कॉन्ट्राडिक्शन आ जानी है। ठीक है जी, दैन यदा मतलब क्या कि अपना √5 या फिर √2 जो भी आवड़ियाँ रूट वाली टर्म्स आ। ठीक है जी, ये की हो जाएगी सारिया रैशनल होने की बजाय इरेशनल हो जाएगियाँ। ठीक है, तुसी सारे सम्स भी करने और सारिया एग्जाम्पल्स भी करनी, बट कदों जो तुसी इस सम नूं
ਕਰਾਏ ਹੋਏ ਮੇਰੇ ਫਸਟ ਸਮ ਨੂੰ ਪ੍ਰੋਪਰਲੀ ਸਮਝ ਲਓਗੇ, ਉਸ ਤੋਂ ਬਾਅਦ 'ਚ ਤੁਸੀਂ ਸਾਰੇ ਹੀ ਸਮਸ ਸੋਲਵ ਆਊਟ ਕਰ ਸਕਦੇ ਹੋ। ਠੀਕ ਹੈ ਜੀ।